ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ। ਮੈਂ ਨਵਜੀਤ ਹਾਜ਼ਰਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ। ਸਭ ਤੋਂ ਪਹਿਲੀ ਤੇ ਅਹਿਮ ਖਬਰ, ਅੱਜ ਆਮ ਆਦਮੀ ਪਾਰਟੀ ਨੇ ਆਪਣਾ ਪਹਿਲਾ ਬਜਟ ਪੇਸ਼ ਕੀਤਾ ਹੈ। ਲੋਕਾਂ ਦੇ ਕਿੰਨਾ ਕੁ ਨੇੜੇ ਪਹੁੰਚ ਸਕੇ ਨੇ, ਗੱਲ ਇਹਦੇ ਬਾਰੇ ਵੀ ਕਰਾਂਗੇ। ਮਹਾਰਾਸ਼ਟਰ ਦੀ ਸਿਆਸਤ ਵਿੱਚ ਹਰ ਰੋਜ਼ ਨਵੇਂ ਰੰਗ ਨਜ਼ਰ ਆ ਰਹੇ ਨੇ ਤੇ ਸੰਗਰੂਰ ਦੀ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਹਾਲਾਤ ਕਿਵੇਂ ਦੇ ਰਹਿਣਗੇ, ਗੱਲ ਇੱਧਰ ਵੀ ਕਰਾਂਗੇ। ਪਰ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਸਵਾਗਤ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਬਜਟ ਤੋਂ ਸ਼ੁਰੂ ਕਰ ਲੈਂਦੇ ਹਾਂ। ਆਮ ਆਦਮੀ ਪਾਰਟੀ ਦਾ ਅੱਜ ਪਹਿਲਾ ਬਜਟ ਹੈ। ਪਾਰਟੀ ਕਹਿੰਦੀ ਸੀ ਕਿ ਲੋਕਾਂ ਦੇ ਬਿਲਕੁਲ ਨੇੜੇ ਆਪਾਂ ਜਾ ਕੇ ਦੇਖਿਆ ਕੀ ਉਹ ਚਾਹੁੰਦੇ ਨੇ ਤੇ ਬਜਟ ਵਿੱਚ ਵੀ ਉਹੀ ਲਿਆਵਾਂਗੇ। ਕੀ ਲੱਗਦਾ ਹੈ ਪਾਰਟੀ ਪਹੁੰਚ ਸਕੀ ਲੋਕਾਂ ਤੱਕ? ਜੇ ਤੇ ਜਿਹੜਾ ਕੱਲ ਨਤੀਜਾ ਆਇਆ ਲੋਕ ਸਭਾ ਚੋਣ ਦਾ ਜੀ, ਉਹਨੂੰ ਵੇਖਿਆ ਜਾਵੇ ਤੇ ਲੋਕ ਕਹਿਣਗੇ ਪਾਰਟੀ ਦਾ ਪਾਣੀ ਘਟਿਆ। ਜੇ ਅਸੀਂ ਪਿਛਲਿਆਂ ਦਿਨਾਂ 'ਚ ਇਹਦੇ ਚੁੱਕੇ ਕਦਮਾਂ ਵੱਲ ਵੇਖੀਏ, ਉਹ ਕਦਮ ਅਜੇ ਚੁੱਕੇ ਹੋਣੇ ਆ, ਨਤੀਜੇ ਕੁਝ ਚਿਰ ਬਾਅਦ ਸਾਹਮਣੇ ਆਉਣੇ ਆ। ਇੱਕ ਚੋਣ ਇਹ ਪਾਰਟੀ ਹਾਰ ਗਈ ਹੈ, ਸਾਡੇ ਨੂੰ ਤਗੜੀ ਪਈ ਆ, ਉਹਦੇ ਬਾਰੇ ਨੂੰ ਸੋਚਣਾ ਪਊ ਜੀ। ਪਰ ਜਿਹੜੇ ਕਦਮ ਨੇ ਇਸ ਇੱਕ ਚੋਣ ਨਾਲ ਉਹ ਸਾਰੇ ਗਲਤ ਨਹੀਂ ਹੋ ਸਕਦੇ। ਕੁਝ ਗੱਲਾਂ ਠੀਕ ਹੈ, ਦੁਬਾਰਾ ਸੋਚਣੀਆਂ ਪੈ ਸਕਦੀਆਂ ਨੇ, ਪਰ ਜੇ ਇਹਨੇ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਚਲਾਈ ਹੈ, ਵੱਡੇ ਵੱਡੇ ਲੋਕ ਫੜੇ ਆ, ਇੱਕ ਆਪਣਾ ਵੀ ਮੰਤਰੀ ਫੜ ਕੇ ਅੰਦਰ ਦੇ ਦਿੱਤਾ। ਸੰਗਰੂਰ ਦੀ ਚੋਣ ਨੇ ਉਹਨੂੰ ਤਾਂ ਗਲਤ ਸਾਬਤ ਨਹੀਂ ਕੀਤਾ ਜੀ। ਗਲਤੀ ਤੇ ਵੱਧ ਤੋਂ ਵੱਧ ਇੱਕ ਸਾਬਤ ਕੀਤੀ ਕਿ ਸਿਕਿਉਰਿਟੀ ਕਸੂਲਕਾਂ ਦੀ ਘਟਾਈ ਤੇ ਫਿਰ ਸੋਸ਼ਲ ਮੀਡੀਆ ਤੇ ਕਿਉਂ ਪਾਤੀ ਆ, ਤੋਂ ਵੱਧ ਤਾਂ ਕੋਈ ਨਹੀਂ। ਜੇ ਇਹਨਾਂ ਨੇ ਪਿਛਲੇ ਸਮੇਂ 'ਚ ਇਹ ਆਖਿਆ ਸੀ ਕਿ ਅਸੀਂ ਲੋਕਾਂ ਨੂੰ ਆਹ ਸਹੂਲਤਾਂ ਦੇਣੀਆਂ, ਮਿਸਾਲ ਦੇ ਤੌਰ ਤੇ ਡਿਪੂਆਂ ਤੋਂ ਜਿਹੜੀ ਰਾਸ਼ਨ ਦੀ ਸਪਲਾਈ ਆ, ਉਹ ਲੋਕਾਂ ਨੂੰ ਜਾ ਕੇ 2-2 3-3 ਚੱਕਰ ਨਾ ਮਾਰਨੇ ਪੈਣ, ਘਰੋਂ ਘਰ ਹੀ ਪਹੁੰਚਾ ਦਿਆਂਗੇ। ਮੋਬਾਈਲ ਤੇ ਮੈਸੇਜ ਕਰਾਂਗੇ ਤੇ ਪੁੱਛ ਲਾਂਗੇ ਜੀ ਤੁਹਾਨੂੰ ਕਿੰਨੇ ਵਜੇ ਸਪਲਾਈ ਚਾਹੀਦੀ ਹੈ। ਤੇ ਸਪਲਾਈ ਕਰਨ ਵਾਸਤੇ ਜਿਹੜੇ ਡਿਪੂ ਹੋਲਡਰ ਨੇ ਉਹਨਾਂ ਨੂੰ ਅਸੀਂ ਇਨਸੈਂਟਿਵ ਦਿਆਂਗੇ। ਉਹ ਗੱਲ ਗਲਤ ਤਾਂ ਨਹੀਂ ਹੋ ਗਈ। ਹੁਣ ਸਰਕਾਰ ਨੇ ਬਜਟ ਪੇਸ਼ ਕੀਤਾ, ਇਸ ਬਜਟ ਵਿੱਚ ਉਹਨਾਂ ਨੇ ਆਖਿਆ ਕਿ ਅਸੀਂ ਕਈ ਚੀਜ਼ਾਂ ਜਿਹੜੀਆਂ ਨੇ, ਮਿਸਾਲ ਦੇ ਤੌਰ ਤੇ ਕਿਸੇ ਦਾ ਰਾਸ਼ਨ ਕਾਰਡ ਨਵਾਂ ਬਣਿਆ, ਕਿਸੇ ਦਾ ਡਰਾਈਵਿੰਗ ਲਾਇਸੈਂਸ, ਕਿਸੇ ਦਾ ਕੋਈ ਹੋਰ ਇਹੋ ਜਿਹਾ ਸਮਾਨ, ਜਿਹੜੀ ਚੀਜ਼ ਕਿਸੇ ਨੇ ਅਪਲਾਈ ਕੀਤੀ ਆ ਉਹ ਲੈਣ ਵਾਸਤੇ 2-2 3-3 ਚੱਕਰ ਨਾ ਮਾਰਨੇ ਪੈਣ, ਦਿਹਾੜੀਆਂ ਨਾ ਭਰਨੀਆਂ ਪੈਣ। ਅਸੀਂ ਲੋਕਾਂ ਨੂੰ ਘਰ ਸਪਲਾਈ ਕਰ ਦਿਆਂਗੇ, ਉਹਨਾਂ ਦੇ ਘਰ ਪਹੁੰਚਾਵਾਂਗੇ। ਇਹ 'ਚ ਗਲਤ ਕੀ ਹੈ ਜੀ? ਉਹਨਾਂ ਬਜਟ ਵਿੱਚ ਇਹ ਪ੍ਰਬੰਧ ਕਰ ਦਿੱਤਾ। ਹੁਣ ਜਿਹੜੀਆਂ ਇਹ ਚੀਜ਼ਾਂ ਇਹਨਾਂ ਨੇ ਕਰਨੀਆਂ ਸ਼ੁਰੂ ਕੀਤੀਆਂ ਨੇ, ਇਹ ਕਈ ਤਜਰਬੇ ਨਵੇਂ ਆ। ਜੇ ਪਾਸਪੋਰਟ ਵਾਲੇ ਇਹ ਕਹਿ ਸਕਦੇ ਆ ਕਿ ਇੱਥੇ ਜੀ ਤੁਸੀਂ ਇੰਨੇ ਕੁ ਰੁਪਈਏ ਹੋਰ ਜਮ੍ਹਾਂ ਕਰਾ ਦਿਓ, ਕੋਰੀਅਰ 'ਚ ਤੁਹਾਡੇ ਘਰ ਪਾਸਪੋਰਟ ਡਿਲੀਵਰ ਹੋ ਜਾਏਗਾ। ਸਾਰੇ ਹਾਈ ਕਮਿਸ਼ਨ ਤੇ ਐਮਬੈਸੀਆਂ ਕਹਿੰਦੇ ਸੀ ਦਿੱਲੀ ਆਇਆ ਕਰੋ, ਇੱਥੇ ਅਪਲਾਈ ਕਰੋ। ਮੈਨੂੰ ਪਤਾ, ਅਸੀਂ ਲੋਕ ਪਹਿਲਾਂ ਦਿੱਲੀ ਜਾਂਦੇ ਰਹੇ। ਇੱਕ ਦਿਨ ਪਹਿਲਾਂ ਜਾਣਾ, ਉੱਥੇ ਜਾ ਕੇ ਰਹਿਣ ਦਾ ਪ੍ਰਬੰਧ ਕਰਨਾ, ਤੜਕੇ ਜਾ ਕੇ 5 ਵਜੇ ਲਾਈਨ 'ਚ ਲੱਗਣਾ। ਲਾਈਨ ਐਡੀ ਲੰਮੀ ਹੁੰਦੀ ਸੀ, ਕਈ ਲੋਕ ਰਾਤ ਤੋਂ ਜਾ ਕੇ ਉੱਥੇ ਚਾਦਰ ਵਿਛਾ ਕੇ ਸੌਂ ਜਾਂਦੇ ਸੀ। ਸਵੇਰੇ ਫਿਰ ਉਹ ਲਾਈਨ ਤੋਂ ਦੁਪਹਿਰ ਤੱਕ ਵਾਰੀ ਆਉਣੀ, ਮੁੜ ਕੇ ਇੰਟਰਵਿਊ ਹੋਣੀ ਤੇ ਫਿਰ ਉਹਨਾਂ ਆਖਣਾ ਸ਼ਾਮ ਨੂੰ ਦੱਸਾਂਗੇ, ਕਈ ਵਾਰੀ ਅਗਲੇ ਦਿਨ ਦੀ ਤਰੀਕ ਪਾ ਦੇਣੀ। ਹੁਣ ਉਹ ਹਾਈ ਕਮਿਸ਼ਨ ਤੇ ਐਮਬੈਸੀਆਂ ਇਹ ਕਹਿੰਦੇ ਆ ਕਿ ਤੁਹਾਡੇ ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ ਅਸੀਂ ਏਜੰਸੀ ਖੋਲ੍ਹਤੀ, ਉੱਥੇ ਤੁਸੀਂ ਪਾਸਪੋਰਟ ਦੇ ਦਿਓ, ਲੋੜ ਪਈ ਤੇ ਤੁਹਾਨੂੰ ਸੱਦਾਂਗੇ, ਨਹੀਂ ਤੇ ਕਾਗਜ਼ ਪੱਤਰ ਚੈੱਕ ਕਰਾਂਗੇ। ਪਰ ਇਹ ਜਿਹੜੀ ਏਜੰਸੀ ਇੱਥੇ ਲਾਗੇ ਖੋਲ੍ਹਤੀ, 500 ਰੁਪਏ ਲਵੇ, 700 ਲਵੇ, 1000 ਲਵੇ, 1500 ਲਵੇ। ਦਿੱਲੀ ਦੇ ਚੱਕਰਾਂ ਤੋਂ ਤੇ ਲੋਕ ਬਚ ਗਏ ਜੀ, ਦਿਹਾੜੀਆਂ ਭਰਨ ਤੋਂ ਤੇ ਬਚ ਗਏ। ਇਹ ਸਾਰਾ ਕੁਝ ਜਿਹੜਾ ਖਪਖਾਨਾ ਉਹ ਤੋਂ ਬਚੇ, ਲੋਕਾਂ ਨੂੰ ਸਹੂਲਤ ਹੈ। ਪੰਜਾਬ ਦੀ ਨਵੀਂ ਸਰਕਾਰ ਇਸ ਕਿਸਮ ਦਾ ਪ੍ਰਬੰਧ ਜੇ ਕਰਨ ਲੱਗੀ ਹੈ, ਲੋਕਾਂ ਨੂੰ ਸਹੂਲਤਾਂ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਦੇਣ ਲੱਗੀ ਹੈ। ਇਹ ਪਿਛਲੀ ਸਰਕਾਰ ਦੇ ਦਿੰਦੀ ਤੇ ਚੰਗਾ ਲੱਗਣਾ ਸੀ, ਹੁਣ ਵਾਲੀ ਸਰਕਾਰ ਦੇ ਰਹੀ ਹੈ ਤੇ ਕਈਆਂ ਨੂੰ ਇਹ ਵੀ ਬੁਰਾ ਲੱਗ ਰਿਹਾ। ਹੁਣ ਵਾਲੀ ਸਰਕਾਰ ਨੇ ਆਖਿਆ ਜੀ ਇੰਨਾ ਬਜਟ ਅਸੀਂ ਸਿਹਤ ਵਾਸਤੇ, ਇੰਨਾ ਸਿੱਖਿਆ ਵਾਸਤੇ, ਸਕੂਲ ਅਸੀਂ ਕਹਿੰਦੇ ਵਧੀਆ ਬਣਾਵਾਂਗੇ। ਪਿਛਲੀ ਸਰਕਾਰ ਵੀ ਕਹਿੰਦੀ ਸੀ ਵਧੀਆ ਬਣਾਵਾਂਗੇ, ਉਹ ਬਣਾ ਨਹੀਂ ਸਕੀ। ਇਹਦਾ ਤਜਰਬਾ ਵੇਖਾਂਗੇ, ਤਜਰਬਾ ਕਰਨ ਤੋਂ ਪਹਿਲਾਂ ਤਾਂ ਨਹੀਂ ਰੱਦ ਕਰ ਸਕਦੇ। ਕੋਈ ਲੱਗਾ ਕਰਨ, ਕਰਕੇ ਵਿਖਾਵੇ, ਜੇ ਕਰੇਗਾ ਚੰਗੀ ਗੱਲ ਹੈ।
ਇੱਥੇ ਤਾਂ ਆਦਰਸ਼ ਸਕੂਲ ਬਣਾਏ ਗਏ, 4-5 ਕਿਸਮਾਂ ਦੇ ਸਕੂਲ ਬਣਾਏ ਗਏ ਜਿਨ੍ਹਾਂ ਨੂੰ ਪੰਚਾਇਤਾਂ ਦੀ ਜ਼ਮੀਨ ਦਵਾ ਦਿੱਤੀ ਗਈ ਤੇ ਉੱਥੇ ਜਿਹੜੇ ਟੀਚਰ ਲੱਗੇ ਅੱਜ ਤੱਕ ਪਿੱਟਦੇ ਨਾ, ਉਹਨਾਂ ਨੂੰ ਪੂਰੀਆਂ ਤਨਖਾਹਾਂ ਮਿਲਦੀਆਂ, 30% ਦੇ ਕੇ ਬਾਕੀ 70 ਕੱਟ ਕੇ ਤੇ ਪੂਰੀ ਤਨਖਾਹ ਤੇ ਦਸਤਖਤ ਕਰਾਉਣ ਦੀਆਂ ਸ਼ਿਕਾਇਤਾਂ ਵੀ ਹੈਗੀਆਂ ਜੀ। ਸਕੂਲ ਇੱਥੇ ਚੱਲਦੇ ਆ, ਚਲਾਉਣ ਵਾਲੇ ਬੰਬੇ ਬੈਠੇ ਨੇ। ਉਹ ਜਿਹੜੇ ਕਾਲੇ ਮਾਲੇ ਸੀ ਉਹ ਬੰਦ ਕਰਕੇ ਜੇ ਸਰਕਾਰ ਸਕੂਲ ਚੰਗੇ ਚਲਾਵੇ ਲੋਕ ਸਵਾਗਤ ਕਰਨਗੇ, ਨਾ ਚਲਾਵੇ ਤੇ ਲੋਕ ਆਪੇ ਗਾਲਾਂ ਕੱਢਣਗੇ ਬਾਅਦ 'ਚ। ਉਹ ਮੌਕਾ ਤਾਂ ਬਾਅਦ 'ਚ ਆਊਗਾ ਨਾ, ਬਿਲਕੁਲ ਸ਼ੁਰੂਆਤ ਵਿੱਚ ਤਾਂ ਨਹੀਂ ਆਖਿਆ ਜਾ ਸਕਦਾ। ਇਹ ਸਿੱਖਿਆ ਦੇ ਪੱਧਰ ਦੇ ਉੱਤੇ ਵੀ ਇੱਕ ਹੋੜ ਲੱਗੀ ਪਈ ਹੈ। ਅੱਜ ਹੁਣ ਕੇਂਦਰ 'ਚੋਂ ਸੁਣਿਆ ਕਿ 2024 ਤੱਕ ਕੇਂਦਰ ਸਰਕਾਰ ਜਿਹੜੀ ਹੈ ਭਾਰਤ ਦੀ, ਉਹਨਾਂ ਨੇ PM ਸ਼੍ਰੀ ਯਾਨੀ ਪ੍ਰਧਾਨ ਮੰਤਰੀ ਸ਼੍ਰੀ ਉਹ ਸਕੂਲ ਖੋਲ੍ਹਣੇ ਆ ਤੇ ਹਰ ਬਲਾਕ ਵਿੱਚ ਇੱਕ ਖੋਲ੍ਹ ਦੇਣ ਭਾਈ। ਉਹ ਵੀ ਖੋਲ੍ਹੇ ਵੇਖ ਲਾਂਗੇ। ਲਿਆਓ ਤੁਸੀਂ ਤਜਰਬੇ ਕਰੋ। ਤੁਸੀਂ ਜਦੋਂ 30-40 ਦੁਕਾਨਾਂ ਬਾਜ਼ਾਰ 'ਚ ਹੋ ਜਾਣ, ਇੱਕ ਤੁਹਾਡੀ ਦੁਕਾਨ ਹੋਵੇ, ਇੱਕ ਉਹਨਾਂ ਦੀ, ਇੱਕ ਪ੍ਰਾਈਵੇਟ ਹੋਵੇ, ਇੱਕ ਸਰਕਾਰੀ ਸਕੂਲ ਹੋਵੇ, ਇੱਕ PM ਸ਼੍ਰੀ ਹੋਵੇ, ਇੱਕ ਆਦਰਸ਼ ਸਕੂਲ ਹੋਵੇ, ਇੱਕ ਪੰਜਾਬ ਸਰਕਾਰ ਨਵਾਂ ਖੋਲ੍ਹਣ ਲੱਗੀ ਹੋਵੇ, ਇਹਨਾਂ 'ਚ ਜਿਹੜਾ ਚੰਗਾ ਹੋਊ ਚੱਲੂਗਾ, ਦੂਸਰਿਆਂ ਕੋਲ ਲੋਕ ਨਾ ਜਾਣਗੇ। ਸਾਧ ਨੂੰ ਕਿਸੇ ਨੇ ਆਖਿਆ ਸੀ ਬਾਬਾ ਜੀ ਡੇਰੇ 'ਚ ਚੇਲੇ ਬੜੇ ਹੋ ਗਏ ਆ, ਕਹਿੰਦਾ ਕੋਈ ਨਹੀਂ, ਆ ਜਾਣ ਦਿਓ, ਆਪੇ ਜਿੰਨੇ ਕੁ ਕੰਮ ਦੇ ਰਹਿਣਗੇ, ਬਾਕੀ ਭੁੱਖੇ ਮਰਦੇ ਭੱਜ ਜਾਣਗੇ, ਚੱਲਣ ਦਿਓ, ਕੋਈ ਗੱਲ ਨਹੀਂ। ਇਹ ਸਾਰਾ ਕੁਝ ਹੋਣ ਲੱਗਾ। ਉਹਨਾਂ ਨੇ ਆਖਿਆ ਜੀ ਅਸੀਂ 26,000 ਨਵੀਆਂ ਨੌਕਰੀਆਂ ਪੰਜਾਬ ਵਿੱਚ ਦੇਣੀਆਂ ਨੇ ਤੇ 36,000 ਜਿਹੜੇ ਪਹਿਲੇ ਉਹਨਾਂ ਨੂੰ ਪੱਕਾ ਕਰਨ ਲੱਗੇ। ਕਰੋ, ਲੋਕ ਤਾਂ ਉਡੀਕਦੇ। ਜਿਹੜੀ ਕੁੜੀ ਟੈਂਕੀ ਤੇ ਚੜ੍ਹੀ ਸੀ ਤੇ ਕੇਜਰੀਵਾਲ ਸਾਹਿਬ ਨੇ ਆਖਿਆ ਸੀ ਭੈਣ ਤੋਂ ਥੱਲੇ ਉਤਰਿਆ, ਉਹ ਵੀ ਤਾਂ ਦਵਾਈ ਪਾ ਰਹੀ ਹੈ ਨਾ, ਸਾਨੂੰ ਕੁਝ ਨਹੀਂ ਮਿਲਿਆ। ਤੇ ਜੇ ਨਵੀਂ ਸਰਕਾਰ ਵਾਅਦਾ ਪਗਾਵੇਗੀ ਤੇ ਲੋਕ ਸਵਾਗਤ ਕਰਨਗੇ। ਅਜੇ ਉੱਧਰ ਨੂੰ ਕਦਮ ਵਧਾਉਣ ਲੱਗੇ ਆ। ਵੇਖੋ, ਥੋੜ੍ਹਾ ਤਜਰਬਾ ਹੋਣ ਦੇਣਾ ਚਾਹੀਦਾ। ਆ ਇੱਕ ਝਟਕਾ ਇਸ ਸਰਕਾਰ ਨੂੰ ਜਿਹੜਾ ਲੱਗ ਗਿਆ ਸੰਗਰੂਰ 'ਚ, ਝਟਕੇ ਲੱਗਣ ਤੇ ਵੱਡੇ ਵੱਡਿਆਂ ਨੂੰ ਅਕਲ ਆ ਜਾਂਦੀ ਆ ਜੀ। ਇਹ ਵੀ ਸਰਕਾਰ ਵੱਡਿਆਂ 'ਚ ਸਮਝ ਲਓ। ਇਹ ਝਟਕੇ ਤੋਂ ਬਾਅਦ ਕੁਝ ਨਾ ਕੁਝ ਇਹਨਾਂ ਨੂੰ ਸਮਝ ਆਈ ਹੋਏ ਕਿ ਆਹ ਕੰਮ ਕਰਨੇ ਤੇ ਨਹੀਂ ਕਰਨੇ, ਆਹ ਛੇਤੀ ਕਰਨ ਵਾਲੇ ਤੇ ਆਹ ਕੁਝ ਪਿੱਛੇ ਪਾਏ ਜਾ ਸਕਦੇ ਆ। ਮੈਂ ਇਸ ਬਜਟ ਦੀਆਂ ਬਰੀਕੀਆਂ ਵਿੱਚ ਨਹੀਂ ਜਾ ਰਿਹਾ ਕਿ ਸਿੱਖਿਆ ਤੇ ਕਿੰਨੇ 100 ਕਰੋੜ ਤੇ ਅਣਸਿੱਖਿਆ ਤੇ ਕਿੰਨੇ ਤੇ ਸਿਹਤ ਤੇ ਕਿੰਨੇ ਤੇ ਉਹਦੇ ਤੇ ਕਿੰਨੇ ਜੀ। ਉਹ ਲੰਮਾ ਚੌੜਾ ਲੇਖਾ। ਵੱਡਾ ਸਵਾਲ ਇਹ ਹੈ ਕਿ ਸਰਕਾਰ ਨੇ ਇੱਕ ਬਜਟ ਪੇਸ਼ ਕੀਤਾ, ਪਿਛਲੇ ਨਾਲੋਂ ਵੱਧ ਪੇਸ਼ ਕੀਤਾ। ਜਿੰਨੀਆਂ ਸਰਕਾਰਾਂ ਹੁਣ ਤੱਕ ਆਈਆਂ ਸਾਰੀਆਂ ਉਹ ਕਹਿੰਦੀਆਂ ਪਿਛਲੇ ਨਾਲੋਂ ਵਧੀਆ ਬਜਟ ਪੇਸ਼ ਕੀਤਾ। ਨਵੇੜੇ ਅਮਲਾਂ ਤੇ ਹੋਣਗੇ, ਅਸੀਂ ਥੋੜ੍ਹਾ ਅਮਲ ਵੇਖਾਂਗੇ ਜੀ। ਉਹਨਾਂ ਚਿਰ ਤੱਕ ਬਜਟ ਇੱਕ ਬਜਟ ਜੀ। ਪੰਜ ਸਾਹਿਬ, ਤੁਸੀਂ ਸੰਗਰੂਰ ਦੀ ਗੱਲ ਕੀਤੀ ਹੈ। ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਬਦਲਿਆ ਤੇ ਰਾਜਨੀਤਿਕ ਪਾਰਟੀਆਂ ਵੱਲ ਜਿਸ ਤਰ੍ਹਾਂ ਲੋਕਾਂ ਦਾ ਰੁਝਾਨ ਸਾਹਮਣੇ ਆਇਆ, ਜਿਸ ਤਰ੍ਹਾਂ ਉਹਨਾਂ ਨੇ ਉਮੀਦਵਾਰ ਜਿਹੜੇ ਸੀਗੇ ਬਦਲ ਕੇ ਰੱਖ ਦਿੱਤੇ ਹੈ ਨਾ, ਸੰਭਾਵਨਾ ਤੋਂ ਪਰੇ ਨਤੀਜੇ ਗਏ ਹੈ। ਹੁਣ ਆਉਣ ਵਾਲੇ ਸਮੇਂ ਵਿੱਚ ਕੀ ਪ੍ਰਭਾਵ ਪੈ ਸਕਦਾ ਹੈ? ਪ੍ਰਭਾਵ ਬਹੁਤ ਸਾਰੇ ਪੈਣਗੇ। ਸਭ ਤੋਂ ਵੱਡਾ ਪ੍ਰਭਾਵ ਤਾਂ ਜਿਹੜਾ ਆਮ ਆਦਮੀ ਪਾਰਟੀ ਰਾਜ ਕਰਦੀ 'ਚ ਜੀ। ਜਿਹੜੇ ਲੋਕ ਵਗਦੀ ਹਵਾ ਦੇ ਬੁੱਲਿਆਂ ਨਾਲ ਆਏ ਸੀ, ਉਹਨਾਂ ਵਿੱਚੋਂ ਕੁਝ ਕੱਚੇ ਪਿੱਲੇ ਝੜ ਜਾਣਗੇ। ਜਿਨ੍ਹਾਂ ਨੂੰ ਜਾਪਦਾ ਕਿ ਇਹ ਪਾਰਟੀ ਨੇ ਦਿੱਲੀ 'ਚ ਕੰਮ ਕੀਤਾ ਤੇ ਇੱਥੇ ਕਰ ਸਕਦੀ, ਉਹ ਟਿਕੇ ਰਹਿਣਗੇ। ਕੱਚੇ ਪਿੱਲੇ ਕਿਹੜੇ ਝੜਦੇ ਆ? ਉਹਨਾਂ 'ਚ ਕਈ ਇਹੋ ਜਿਹੇ ਹੈਗੇ ਹੀ ਆ, ਜਿੱਥੇ ਵੇਖੋ ਤਵਾ ਪਰਾਤ ਉੱਥੇ ਗੁਜ਼ਾਰ ਦਿਓ ਸਾਰੀ ਰਾਤ ਜੀ। ਉਹ ਇੱਧਰ ਆਏ ਸੀ, ਜਿਹੜੀ ਝਾਕ ਤੇ ਉਹਨਾਂ ਦੀ ਪੂਰੀ ਨਹੀਂ ਹੋਈ, ਉਹ ਭੱਜਣਗੇ, ਭੱਜ ਜਾਣ ਦਿਓ। ਕਾਂਗਰਸ ਪਾਰਟੀ ਵਿੱਚ ਖੋਰਾ ਹੋਰ ਲੱਗੂਗਾ, ਕਿਉਂਕਿ ਜਿੰਨੀ ਬੁਰੀ ਹਾਲਤ ਹੋਈ ਪਈ ਹੈ, ਉਸ ਤੋਂ ਬਾਅਦ ਇਸ ਪਾਰਟੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਮਨ 'ਚ ਆ ਸਕਦਾ ਕਿ ਸਾਡੀ ਹਾਈ ਕਮਾਂਡ ਤਾਂ ਹਾਈ ਕਮਾਂਡ ਛੱਡ ਕੇ ਲੋਕ ਕਮਾਂਡ ਵੀ ਨਹੀਂ ਰਹਿ ਗਈ। ਮਾਂ ਪੁੱਤ ਪੇਸ਼ੀਆਂ ਭੁਗਤਦੇ ਤੇ ਅੱਗੋਂ ਪਾਰਟੀ ਦੇ ਦਿਨ ਚੰਗੇ ਦਿਸਦੇ ਨਹੀਂ, ਭੁੱਖ ਕੋਈ ਵਧੀਆ ਦਿਸਦਾ ਨਹੀਂ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਦੇ ਵੱਲ ਨੂੰ ਭੀੜ ਥੋੜ੍ਹੀ ਜਿਹੀ ਵੱਧ ਤੁਰ ਸਕਦੀ ਹੈ। ਉਹ ਭੀੜ ਹੋ ਸਕਦਾ ਕੁਝ ਆਮ ਆਦਮੀ ਪਾਰਟੀ ਵਿੱਚੋਂ ਵੀ ਟੁੱਟ ਕੇ ਜਾਣ ਤੇ ਕਾਂਗਰਸ ਵਿੱਚੋਂ ਵੀ, ਅਕਾਲੀਆਂ 'ਚੋਂ ਕਾਫੀ ਵੱਡੀ ਗਿਣਤੀ ਜਾ ਸਕਦੀ ਹੈ, ਕਿਉਂਕਿ ਭਾਜਪਾ ਨੇ ਪਹਿਲੀ ਵਾਰ ਉੱਥੇ ਸੰਗਰੂਰ ਦੀ ਚੋਣ ਲੜੀ ਆ ਜੀ। ਅੱਜ ਤੱਕ ਉਸ ਪਾਸੇ ਉਹਨਾਂ ਨੇ ਆਪਣੇ ਚੋਣ ਨਿਸ਼ਾਨ ਤੇ ਕਦੇ ਕੋਈ ਚੋਣ ਹੀ ਨਹੀਂ ਲੜੀ। ਉਹ ਹਿੰਦੂਤਵ ਦੀ ਪਾਰਟੀ ਹੈ। ਉਧਰ ਜੇ ਕੋਈ ਹਿੰਦੂ ਵੀ ਖੜਾ ਕੀਤਾ ਜਾਂਦਾ ਤੇ ਸਮਝੌਤੇ 'ਚ ਅਕਾਲੀ ਖੜਾ ਕਰਦੇ ਸੀ ਆਪਣੇ ਨਿਸ਼ਾਨ ਤੇ, ਭਾਜਪਾ ਦੇ ਤੇ ਉੱਥੇ ਪੈਰ ਹੀ ਨਹੀਂ ਸੀ ਲੱਗਣ ਦਿੰਦੇ। ਉਹਨਾਂ ਪਹਿਲੀ ਵਾਰ ਚੋਣ ਲੜੀ ਆ ਤੇ ਚੋਖੀਆਂ ਵੋਟਾਂ ਲੈ ਗਏ ਆ। ਜਿੰਨੀਆਂ ਵੋਟਾਂ ਲੈ ਗਏ ਆ, ਅਕਾਲੀਆਂ ਨਾਲੋਂ ਵਾਹਵਾ ਵੱਧ ਲੈ ਗਏ ਆ, ਡਿਊੜੀਆਂ ਲੈ ਗਏ ਆ। ਤੇ ਜੇ ਅਕਾਲੀਆਂ ਨਾਲੋਂ ਡਿਊੜੀਆਂ ਲੈ ਗਏ ਆ ਤੇ ਉਹਨਾਂ ਨੇ ਵਿਖਾਤਾ ਕਿ ਅਸੀਂ ਇੰਨੇ ਜੋਗੇ ਹਾਂ। ਤੇ ਇਹਦੇ ਤੋਂ ਬਾਅਦ ਉਹਨਾਂ ਵਾਲੇ ਪਾਸੇ ਨੂੰ ਬਹੁਤ ਸਾਰੇ ਲੋਕਾਂ ਦਾ ਰੁਝਾਨ ਵੱਧ ਸਕਦਾ। ਪਿਛਲਿਆਂ ਦਿਨਾਂ 'ਚ ਅਸੀਂ ਵੇਖਿਆ
ਕਿ ਕਈ ਸਿੱਖ ਡੇਰਿਆਂ ਦੇ ਸੰਤ ਜਿਹੜੇ ਹੁਣ ਤੱਕ ਅਕਾਲੀ ਦਲ ਨਾਲ ਹੁੰਦੇ ਸੀ, ਸੰਤ ਸਮਾਜ ਵਿੱਚ ਹੁੰਦੇ ਸੀ, ਉਹ ਹੌਲੀ ਹੌਲੀ ਉਸ ਪਾਸੇ ਨੂੰ ਮੋੜੇ ਕੱਟਣ ਲੱਗ ਪਏ। ਇੱਕ ਦੋ ਵੱਡੇ ਡੇਰਿਆਂ ਵਾਲਿਆਂ ਨੇ ਆਪਣੇ ਜਿਹੜੇ ਬੁਲਾਰੇ ਰੱਖੇ ਸੀ, ਉਹ ਬੁਲਾਰੇ ਭਾਜਪਾ 'ਚ ਭੇਜ ਦਿੱਤੇ ਆ, ਅਤੇ ਆਪ ਇੱਥੇ ਬੈਠੇ ਆ। ਕਿਸਮ ਦਾ ਸੁਨੇਹਾ ਭੇਜਤਾ ਕਿ ਤੁਹਾਡੇ ਹੀ ਆ ਸਾਡੇ 'ਤੇ, ਤੁਸੀਂ ਮਿਹਰ ਦੀ ਨਜ਼ਰ ਰੱਖਿਓ, ਜਦੋਂ ਤੁਸੀਂ ਆਖੋਗੇ ਅਸੀਂ ਤੁਹਾਡੇ ਨਾਲ ਰਲ ਜਾਵਾਂਗੇ, ਸਾਨੂੰ ਕੀ ਫਰਕ ਪੈਂਦਾ। ਇਹ ਕੰਮ ਉੱਧਰ ਚੱਲਦਾ ਪਿਆ। ਇਸ ਸੰਗਰੂਰ ਦੀ ਚੋਣ ਦੇ ਨਾਲ ਉਹਨਾਂ ਵਾਲੇ ਪਾਸੇ ਨੂੰ ਲੋਕਾਂ ਦਾ ਜਾਣ ਦਾ ਰੁਝਾਨ ਵੱਧ ਸਕਦਾ। ਅਗਲਿਆਂ ਦਿਨਾਂ 'ਚ ਇੱਥੇ ਜਿਹੜੀਆਂ ਪੰਜਾਬ 'ਚ ਹੁਣ ਤੱਕ ਰਵਾਇਤੀ ਪਾਰਟੀਆਂ ਸੀ ਦੋ, ਕਾਂਗਰਸ ਵੀ ਅਤੇ ਅਕਾਲੀ ਦਲ ਵੀ, ਉਹਨਾਂ ਨੂੰ ਖੋਰਾ ਲੱਗ ਸਕਦਾ। ਉਹਨਾਂ ਦੀ ਲੀਡਰਸ਼ਿਪ ਨੂੰ ਇਹ ਚਿੰਤਾ ਸਤਾਉਣ ਲੱਗ ਪਈ ਆ ਕਿ ਸਾਡੇ ਕੋਲੋਂ ਬੰਦੇ ਸਾਡੀ ਟੋਕਰੀ ਥੱਲਿਓਂ ਕਬੂਤਰ ਕਦੇ ਉੱਡਣੇ ਨਾ ਸ਼ੁਰੂ ਹੋ ਜਾਣ। ਜੀ, ਉਹ ਇਸ ਚਿੰਤਾ 'ਚ ਕੱਲ੍ਹ ਦੇ ਫਸੇ ਪਏ ਨੇ। ਕਬੂਤਰ ਉੱਡ ਤਾਂ ਜਾਣਗੇ, ਪੰਨੂ ਸਾਹਿਬ ਬਹਿੰਦੇ ਕਿੱਧਰਲੇ ਪਾਸੇ ਜਾ ਕੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਦੱਸੇ। ਮਹਾਰਾਸ਼ਟਰ ਦੀ ਸਿਆਸਤ ਦੀ ਪੰਨੂ ਸਾਹਿਬ ਗੱਲ ਕਰਨੀ ਹੈ, ਕਿਉਂਕਿ ਸਿਆਸੀ ਰੰਗ ਬਹੁਤ ਬਦਲਦੇ ਪਏ ਹੈ। ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਚੁੱਕਿਆ। ਮੁੱਖ ਮੰਤਰੀ ਦੀ ਕੁਰਸੀ ਕਿਹਦੇ ਹਿੱਸੇ ਆਊਗੀ? ਕਿਉਂਕਿ ਅੱਜ ਉਧਵ ਠਾਕਰੇ ਹੋਰਾਂ ਨੇ ਆਪਣੇ 9 ਮੰਤਰੀਆਂ ਦੇ ਸ਼ਾਇਦ ਅਹੁਦੇ ਵੀ ਖੋਲ੍ਹੇ ਆ ਕਹਿੰਦੇ। ਉਹ 9 ਕੌਣ ਨੇ? ਜਿਹੜੇ ਏਕਨਾਥ ਸ਼ਿੰਦੇ ਦੇ ਸ਼ਿੰਦੇ ਜੇ ਆ, ਉਹਦੇ ਲਾਡਲੇ ਨੇ, ਉਹਨਾਂ ਨਾਲ ਸਾਂਝਾ ਸੀ। ਮੁੱਖ ਮੰਤਰੀ ਉਧਵ ਠਾਕਰੇ ਨੇ ਆਖਿਆ ਠੀਕ ਹੈ ਜੀ, ਉੱਧਰ ਸਾਂਝਾ ਅਤੇ ਮੇਰੇ ਨਾਲ ਕਾਹਦੀ ਹੈ, ਉਹਦੇ ਖੋਲ੍ਹਿਆ ਅਤੇ ਉਹਨਾਂ ਦੀ ਥਾਂ 'ਤੇ ਦੂਸਰਿਆਂ ਨੂੰ ਵੰਡਤੇ। ਇੱਕ ਕਿਸਮ ਦਾ ਲੜਾਈ ਦੇ ਮੂਡ 'ਚ ਆ ਗਿਆ। ਉਹਦੀ ਪਾਰਟੀ ਦੇ ਸਭ ਤੋਂ ਵੱਡੇ ਬੁਲਾਰੇ ਸੰਜੇ ਰਾਉਤ ਨੇ ਇਹ ਵੀ ਧਮਕੀ ਦੇ ਦਿੱਤੀ ਹੈ, ਕੋਈ ਨਹੀਂ ਆਉਣਾ ਨਾ, ਅਤੇ ਰਸਤਾ ਤੇ ਫਲਾਣੇ ਮਹੱਲੇ ਦੇ ਵਿੱਚ ਦੀ ਨਿਕਲ ਕੇ ਜਾਂਦਾ ਵਿਧਾਨ ਸਭਾ ਤੱਕ। ਇਹ ਇੱਕ ਸਿੱਧੀ ਧਮਕੀ ਹੈ। ਉੱਧਰ ਉਹ ਵੀ ਜੋ ਕੁਝ ਕਰਦੇ ਪਏ, ਉੱਥੋਂ ਆਪ ਧਮਕੀਆਂ ਨਹੀਂ ਦਿੰਦੇ। ਉਹਨਾਂ ਦੀ ਥਾਂ 'ਤੇ ਕੇਂਦਰ ਸਰਕਾਰ ਨੇ ਏਜੰਸੀਆਂ ਸਰਗਰਮ ਕਰ ਦਿੱਤੀਆਂ ਨੇ। ਇਹ ਪਿਛਲੇ ਸਮੇਂ 'ਚ ਵੀ ਵੇਖਿਆ ਗਿਆ ਕਿ ਕੇਂਦਰ ਸਰਕਾਰ ਨੇ ਜਿੱਥੇ ਜਲਵਾ ਵਿਖਾਉਣਾ ਹੋਵੇ, ਕੇਂਦਰ ਦੀਆਂ ਏਜੰਸੀਆਂ ਨੂੰ ਚਾਬੀ ਲਾ ਦਿੰਦੇ, ਤੁਸੀਂ ਉੱਥੇ ਚੱਲ ਜਾਓ। ਹੁਣ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਿਵ ਸੈਨਾ ਦੇ ਸਭ ਤੋਂ ਵੱਡੇ ਬੁਲਾਰੇ ਸੰਜੇ ਰਾਉਤ ਨੂੰ ਵੀ ਸਮਨ ਭੇਜਤਾ, ਆਜ ਦਰ ਪੇਸ਼ ਹੋ। ਇਹਦਾ ਮਤਲਬ ਇਹ ਹੈ ਕਿ ਇਹ ਏਜੰਸੀਆਂ ਇਸ ਵੇਲੇ ਦੇਸ਼ ਹਿੱਤ ਵਿੱਚ ਕੰਮ ਕਰਨ ਦੇ ਬਜਾਏ ਦੇਸ਼ ਨੂੰ ਚਲਾਉਣ ਵਾਲੀ, ਕੇਂਦਰ ਸਰਕਾਰ ਚਲਾਉਣ ਵਾਲੀ ਪਾਰਟੀ ਦੇ ਹਿੱਤ ਵਿੱਚ ਕੰਮ ਕਰਨ ਲੱਗ ਪਈਆਂ। ਇਹ ਕੰਮ ਨਰਸਿਮਹਾ ਰਾਓ ਦੀ ਸਰਕਾਰ ਵੇਲੇ ਵੀ ਹੁੰਦਾ ਸੀ, ਇਹ ਕੰਮ ਵਾਜਪਾਈ ਸਰਕਾਰ ਵੇਲੇ ਵੀ ਹੁੰਦਾ ਸੀ, ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਹੁੰਦਾ ਸੀ। ਪਰ ਜਿੰਨੀ ਤੇਜ਼ੀ ਨਾਲ ਅਤੇ ਜਿੰਨੀ ਤਿੱਖੀ ਚਾਲ ਹੁਣ ਵਾਲੀ ਨਰਿੰਦਰ ਮੋਦੀ ਸਰਕਾਰ ਦੇ ਵਕਤ ਹੋ ਰਿਹਾ, ਇਹਨਾਂ ਤੇ ਕਦੇ ਵੀ ਨਹੀਂ ਹੋ ਰਿਹਾ। ਸਿੱਧੇ ਤੌਰ ਦੇ ਉੱਤੇ ਤ੍ਰਿਣਮੂਲ ਕਾਂਗਰਸ ਦੇ ਸਭ ਤੋਂ ਵੱਡੇ ਲੀਡਰ ਨੂੰ, ਜਿਹੜਾ ਮਮਤਾ ਬੈਨਰਜੀ ਦਾ ਰਾਈਟ ਹੈਂਡ ਗਿਣਿਆ ਜਾਂਦਾ ਸੀ, ਮੁਕੁਲ ਰਾਏ, ਉਹਨੂੰ ਹਫ਼ਤੇ 'ਚ 7 ਚੋਂ 6 ਦਿਨ ਸੱਦ ਕੇ ਸਵੇਰੇ ਇਸ ਏਜੰਸੀ ਕੋਲ, ਦੁਪਹਿਰੇ ਉਸ ਕੋਲ, ਸ਼ਾਮ ਨੂੰ ਉਸ, 3 ਏਜੰਸੀਆਂ ਕੋਲ ਪੇਸ਼ੀਆਂ ਹੁੰਦੀਆਂ ਸੀ। ਸ਼ਾਰਦਾ ਚਿੱਟ ਫੰਡ ਘੁਟਾਲੇ 'ਚ ਕਦੇ ਕਹਿੰਦੇ ਸੀ 150 ਕਰੋੜ ਖਾ ਗਿਆ, ਕਦੇ ਕਹਿੰਦੇ 300 ਕਰੋੜ ਖਾ ਗਿਆ, ਕਦੇ ਕਹਿੰਦੇ 3000 ਕਰੋੜ ਖਾ ਗਿਆ। ਜਿਸ ਦਿਨ ਉਹਨੇ ਅੱਕ ਕੇ ਐਲਾਨ ਕਰਤਾ ਜੀ ਮੈਂ ਭਾਜਪਾ 'ਚ ਸ਼ਾਮਲ ਹੁੰਨਾ, ਅਗਲੇ ਦਿਨ ਉਹ ਗੰਗਾ ਨਹਾਤਾ ਗਿਆ। ਉਹਦੇ ਬਾਅਦ ਉਹਦੀ ਇੱਕ ਵੀ ਪੇਸ਼ੀ ਨਹੀਂ, ਉਹਦੇ ਖਿਲਾਫ ਦੋਸ਼ ਹੀ ਕੋਈ ਨਹੀਂ ਰਹਿ ਗਿਆ ਜੀ। ਅਤੇ ਫਾਰਮੂਲਾ ਨੇ ਦੇ ਦਿੱਤਾ। ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਦੇ ਉੱਤੇ 72 ਕੇਸ ਬਣੇ। ਉਹ ਰਾਤ ਨੂੰ ਜਾ ਕੇ ਭਾਜਪਾ ਨਾਲ ਰਲ ਗਿਆ, ਅੱਧੀ ਰਾਤ ਸੁੱਤੇ ਪਏ ਗਵਰਨਰ ਨੂੰ ਕਹਿ ਕੇ ਸਹੁੰ ਚੁੱਕੀ, ਮੁੱਖ ਮੰਤਰੀ ਭਾਜਪਾ ਦਾ ਬਣ ਗਿਆ ਦੇਵੇਂਦਰ ਫੜਨਵੀਸ, ਇਹਨੂੰ ਡਿਪਟੀ ਮੁੱਖ ਮੰਤਰੀ ਬਣਾਤਾ। ਸਮਝੌਤਾ ਸੀ ਕਿ ਤੇਰੇ ਉੱਤੇ ਕੇਸ ਭਾਜਪਾ ਦੀ ਸਰਕਾਰ ਨੇ ਬਣਾਇਆ ਅਤੇ ਉਹੀ ਵਾਪਸ ਲੈ ਸਕਦੀ ਹੈ। ਉਹ 72 ਉਹਦੇ ਉੱਤੇ ਕੇਸ ਸੀ ਅਤੇ 72 ਘੰਟੇ ਉਹਨਾਂ ਦੇ ਨਾਲ ਰਿਹਾ। ਉਹਨੇ 'ਚ ਨਵੇਂ ਮੁੱਖ ਮੰਤਰੀ ਨੂੰ ਆਖਿਆ ਆ ਵੀ ਫਾਈਲ ਕੱਢ, ਆ ਵੀ ਕੱਢ, ਆ ਵੀ ਕੱਢ, ਆ ਵੀ ਕੱਢ। ਸਾਰੇ ਕੇਸ ਉਹਨੇ ਖਾਰਜ ਕਰਵਾਤੇ। ਜਦੋਂ ਖਾਰਜ ਹੋ ਗਏ ਅਤੇ ਉਹ ਵਾਪਸ ਆ ਗਿਆ। ਹੁਣ ਜੇ ਦੁਬਾਰਾ ਉੱਤੇ ਬਣਾਉਣ ਅਤੇ ਉਹ ਆਖੂਗਾ ਜਦੋਂ ਮੈਂ ਤੁਹਾਡੇ ਨਾਲ ਸੀ ਉਦੋਂ ਦੁੱਧ ਧੋਤਾ ਸੀ ਜੀ। ਉਹ ਆਪਣਾ ਕੰਮ ਕਰਵਾ ਕੇ ਵਾਪਸ ਆ ਗਿਆ। ਇਸ ਵੇਲੇ ਮਹਾਰਾਸ਼ਟਰ ਦੀ ਜਿਹੜੀ ਲੜਾਈ ਆ, ਉਹ ਸਿਆਸੀ ਲੜਾਈ ਜੇ ਸਿਆਸੀ ਹੁੰਦੀ ਤਾਂ ਹੋਰ ਗੱਲ ਸੀ। ਜਿੱਦਾਂ ਇਹ ਸਿਆਸੀ ਲੜਾਈ ਦੇ ਵਿੱਚ ਕੇਂਦਰੀ ਏਜੰਸੀਆਂ ਨੂੰ ਵਰਤਿਆ ਜਾ ਰਿਹਾ, ਅੱਗੋਂ ਉਹ ਵੀ ਆਪਣੀ ਕਿਸਮ ਦੇ, ਅਤੇ ਮੁੱਖ ਮੰਤਰੀ ਉਧਵ ਠਾਕਰੇ ਦੇ ਚਾਚੇ ਦੇ ਪੁੱਤ ਰਾਜ ਠਾਕਰੇ ਨੂੰ ਕਹਿ ਦਿੱਤਾ ਕਿ ਸਾਰੇ ਜਿਹੜੇ ਇੱਧਰੋਂ ਟੁੱਟ ਕੇ ਆਏ ਬੰਦੇ ਆ ਤੇਰੇ ਨਾਲ ਲੜਾ ਦਿੰਦੇ ਆ, ਅਤੇ ਤੇਰੀ ਜਿਹੜੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਇਹ ਉਹ 'ਚ ਸ਼ਾਮਲ ਹੋ ਜਾਣਗੇ, ਤੇਰੀ ਲੀਡਰੀ ਚਮਕੂਗੀ, ਮੁੱਖ ਮੰਤਰੀ ਬਣੀ ਜਾਂ ਮੁੱਖ ਮੰਤਰੀ ਬਣਾਵੀਂ, ਕਿੰਗ ਮੇਕਰ ਬਣ ਜੀ। ਪਰ ਤੂੰ ਭਾਜਪਾ ਨਾਲ ਰਲ ਜਾ, ਤੇ ਉਹ ਅੱਗੇ ਵੀ ਇਹਦੇ ਖਿਲਾਫ ਭਾਜਪਾ ਨਾਲ ਰਲ ਜਾਂਦਾ ਰਿਹਾ, ਹੁਣ ਵੀ ਰਲ ਜਾਏਗਾ। ਉਹ ਜਿਹੜੀ ਖੇਡ ਖੇਡੀ ਜਾ ਰਹੀ ਹੈ, ਇਹ ਅਸੂਲਾਂ ਤੋਂ ਸੱਖਣੀ ਖੇਡ ਆ। ਕਈਆਂ
ਸੂਬਿਆਂ 'ਚ ਅਜਮਾਈ ਜਾ ਚੁੱਕੀ, ਹੁਣ ਮਹਾਰਾਸ਼ਟਰ 'ਚ ਅਜਮਾ ਲੈਣਗੇ। ਸਿਆਸਤ ਨਹੀਂ, ਸਿਆਸਤ ਦੇ ਨਾਂ ਦੇ ਉੱਤੇ ਤਿਗੜਮਬਾਜੀ ਤੋਂ ਅੱਗੇ ਧੱਕੇਸ਼ਾਹੀ ਹੈ ਜੀ। ਪੰਜ ਸਾਹਿਬ, ਉੱਧਰ ਰਾਸ਼ਟਰਪਤੀ ਦੀ ਚੋਣ ਲਈ ਯਸ਼ਵੰਤ ਸਿਨਹਾ ਉਹਨਾਂ ਨੇ ਵੀ ਕਾਗਜ਼ ਭਰ ਦਿੱਤੇ ਆ, ਤੇ ਇਸ ਤੋਂ ਪਹਿਲਾਂ ਵੀ ਦੂਜੇ ਉਮੀਦਵਾਰ ਨੇ ਵੀ ਕਾਗਜ਼ ਭਰ ਦਿੱਤੇ ਸੀਗੇ। ਹੁਣ ਕੀ ਲੱਗਦਾ ਹਾਲਾਤ ਕਿਸ ਤਰ੍ਹਾਂ ਦੇ ਰਹਿਣਗੇ? ਯਸ਼ਵੰਤ ਸਿਨਹਾ ਪਹਿਲਾਂ IAS ਅਫਸਰ ਹੁੰਦਾ ਸੀ ਜੀ, ਕਈ ਵੱਡੀਆਂ ਪੋਸਟਾਂ ਤੇ ਰਿਹਾ। ਇੱਕ ਵਾਰੀ ਮੌਕੇ ਦੇ ਮੁੱਖ ਮੰਤਰੀ ਨਾਲ ਤੂੰ ਮੈਂ ਹੋ ਗਈ। ਇੱਦਾਂ ਦੀ ਤੂੰ ਮੈਂ ਦੋ ਜਣਿਆਂ ਦੀ ਹੋਈ ਸੀ। ਇੱਕ ਤਾਂ ਸਾਡੇ ਪੰਜਾਬ ਦਾ ਸਰਦਾਰ ਕਪੂਰ ਸਿੰਘ ਸੀ, ਅੰਗਰੇਜ਼ਾਂ ਦੇ ਵੇਲੇ ਦਾ ICS, ਉਹਦੀ ਕਿਸੇ ਮੁੱਖ ਮੰਤਰੀ ਨਾਲ ਜਾਂ ਮੰਤਰੀ ਨਾਲ ਤੂੰ ਮੈਂ ਹੋਈ, ਤੇ ਉਹਨੇ ਆਖਿਆ ਜੀ ਮੈਨੂੰ ਤੁਸੀਂ ਬਹੁਤਾ ਨਾ ਸਮਝਾਓ, ਮੈਂ ਕੱਲ੍ਹ ਨੂੰ ਤੁਹਾਡੀ ਥਾਂ ਆ ਸਕਦਾ ਚੋਣ ਲੜ ਕੇ, ਤੁਸੀਂ ਮੇਰੀ ਥਾਂ ICS ਨਹੀਂ ਬਣ ਸਕਦੇ। ਇਹੋ ਗੱਲ ਨੇ ਬਿਹਾਰ 'ਚ ਇੱਕ ਮੰਤਰੀ ਨੂੰ ਕਹਿ ਦਿੱਤੀ ਸੀ ਜਾਂ ਮੁੱਖ ਮੰਤਰੀ ਨੂੰ। ਉਦੋਂ ਬਾਅਦ ਇਹ ਨੌਕਰੀ ਛੱਡ ਕੇ ਰਾਜਨੀਤੀ 'ਚ ਆ ਗਿਆ। ਪਹਿਲਾਂ ਜਨਤਾ ਦਲ ਸੀ, ਮੁੜ ਕੇ ਭਾਜਪਾ 'ਚ ਆਇਆ, ਤੇ ਤਿੱਖਾ ਬੁਲਾਰਾ ਸੀ ਅਟਲ ਬਿਹਾਰੀ ਵਾਜਪਾਈ ਨੇ ਆਪਣੇ ਨਾਲ ਲਾ ਲਿਆ। ਕੇਂਦਰ ਦਾ ਪਹਿਲਾਂ ਖਜ਼ਾਨਾ ਮੰਤਰੀ, ਫਿਰ ਵਿਦੇਸ਼ ਮੰਤਰੀ, ਕਈ ਕੁਛ ਰਿਹਾ। ਉਹਦੇ ਦਰਮਿਆਨ ਇਹ ਚੜ੍ਹਦਾ ਗਿਆ। ਅਗਲੀ ਚੋਣ ਤੋਂ ਪਹਿਲਾਂ ਇੰਨਾ ਕੁ ਸਪਸ਼ਟ ਹੋ ਗਿਆ ਕਿ ਇਹ ਵਾਜਪਾਈ ਧੜੇ ਦਾ। ਨਰਿੰਦਰ ਮੋਦੀ ਨੇ ਲਾਗੇ ਨਹੀਂ ਲਾਇਆ। ਉਹਨੇ ਬੜਾ ਦਾਅ ਖੇਡਿਆ, ਇਹਨੂੰ ਆਖਿਆ ਤੇਰੇ ਪੁੱਤਰ ਨੂੰ ਆਪਾਂ ਕੇਂਦਰ 'ਚ ਲੈ ਲੈਣਾ, ਤੈਨੂੰ ਝਾਰਖੰਡ ਦਾ ਮੁੱਖ ਮੰਤਰੀ ਬਣਾਵਾਂਗੇ। ਝਾਕ 'ਚ ਬਹਿ ਗਿਆ। ਮੁੰਡਾ ਕੇਂਦਰ ਦਾ ਰਾਜ ਮੰਤਰੀ ਬਣਾ ਦਿੱਤਾ। ਜਦੋਂ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਆਈਆਂ ਤੇ ਸਮਝਦਾ ਸੀ ਮੁੱਖ ਮੰਤਰੀ ਮੈਂ ਹੀ ਬਣਨਾ, ਉਹਨਾਂ ਨੇ ਇਹਨੂੰ ਅਸੈਂਬਲੀ ਟਿਕਟ ਹੀ ਨਾ ਦਿੱਤੀ। ਇਹ ਫਿਰ ਉਦੋਂ ਭੜਕ ਉੱਠਿਆ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਖਿਲਾਫ ਹੋ ਗਿਆ। ਹੁਣ ਉਦੋਂ ਦਾ ਨਰਿੰਦਰ ਮੋਦੀ ਦੇ ਖਿਲਾਫ ਹੈ, ਲਗਾਤਾਰ ਮੁਹਿੰਮ ਚਲਾ ਰਿਹਾ। ਪੁੱਤਰ ਇਹਦਾ ਅੱਜ ਵੀ ਨਰਿੰਦਰ ਮੋਦੀ ਦੀ ਸਰਕਾਰ 'ਚ ਕਹਿੰਦਾ ਜੀ ਉਹ ਰਾਜ ਧਰਮ ਨਿਭਾ ਰਿਹਾ, ਹੁਣ ਮੈਂ ਰਾਸ਼ਟਰ ਧਰਮ ਨਿਭਾ ਰਿਹਾ। ਉਹ ਜੋ ਕੁਛ ਧਰਮ ਨਿਭਾ ਰਹੇ ਨੇ ਦੋਵੇਂ ਪਿਓ ਪੁੱਤ ਆਪਣੀ ਥਾਂ। ਸਵਾਲ ਇਹ ਆ ਕਿ ਇਹ ਜਿੱਤ ਜਾਵੇ ਜਾਂ NDA ਗੱਠਜੋੜ ਨੇ ਜਿਹੜੀ ਬੀਬੀ ਦ੍ਰੋਪਦੀ ਮੁਰਮੂ ਨੂੰ ਖੜੇ ਕਰ ਦਿੱਤਾ, ਉਹ ਜਿੱਤ ਜਾਵੇ, ਕੀ ਇਸ ਦੇਸ਼ ਦੇ ਲੋਕਾਂ ਦਾ ਇਹਦੇ ਵਿੱਚੋਂ ਕੋਈ ਭਲਾ ਹੋਵੇਗਾ? ਮੈਂ ਇਹ ਸਵਾਲ ਇਸ ਕਰਕੇ ਪੁੱਛਿਆ ਕਿ ਬੀਬੀ ਦ੍ਰੋਪਦੀ ਮੁਰਮੂ ਹੁਣ ਤਾਂ ਰਾਸ਼ਟਰਪਤੀ ਬਣਨ ਲੱਗੀ ਹੈ। ਜੀ। ਪਹਿਲਾਂ ਉਹ ਗਵਰਨਰ ਵੀ ਰਹਿ ਚੁੱਕੀ ਹੈ, ਤੇ ਅੱਜ ਖਬਰ ਆਈ ਹੈ ਕਿ ਉਹਦੇ ਪਿੰਡ ਵਿੱਚ ਅੱਜ ਤੱਕ ਬਿਜਲੀ ਦੀ ਲਾਈਨ ਨਹੀਂ ਪਹੁੰਚੀ। ਬਿਲਕੁਲ। ਸਾਡੇ ਪ੍ਰਧਾਨ ਮੰਤਰੀ ਨੇ 6 ਸਾਲ ਪਹਿਲਾਂ ਲਾਲ ਕਿਲ੍ਹੇ ਤੋਂ ਆਖਿਆ ਸੀ। ਮੈਨੂੰ ਇਹ ਜਾਣ ਕੇ ਦੁੱਖ ਹੋਇਆ ਕਿ ਉੱਤਰ ਪ੍ਰਦੇਸ਼ ਦੇ ਇੰਨੇ ਪਿੰਡਾਂ 'ਚ ਬਿਜਲੀ ਅਜੇ ਤੱਕ ਨਹੀਂ ਪਹੁੰਚੀ। ਅਸੀਂ ਸਭ ਥਾਵਾਂ 'ਤੇ ਪਹੁੰਚਾਤੀ ਹੈ। ਮਗਰੋਂ ਪਤਾ ਲੱਗਾ ਸੀ ਕਿ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਜਿਨ੍ਹਾਂ ਪਿੰਡਾਂ 'ਚ ਬਿਜਲੀ ਨਹੀਂ ਸੀ ਉੱਥੇ ਖੰਭੇ ਗੱਡ ਦਿੱਤੇ, ਤਾਰਾਂ ਲਾ ਦਿੱਤੀਆਂ, ਮੀਟਰ ਲੋਕਾਂ ਦੇ ਘਰੇ ਲੱਗ ਗਏ, ਪਰ ਕਨੈਕਸ਼ਨ ਨਹੀਂ ਸੀ ਦਿੱਤੇ ਗਏ, ਬਿੱਲ ਆਉਣੇ ਸ਼ੁਰੂ ਹੋ ਗਏ ਸੀ। ਹੁਣ ਇਹ ਬੀਬੀ ਜੇ ਇੱਕ ਰਾਜ ਦੀ ਗਵਰਨਰ ਸੀ ਤੇ ਅੱਜ ਤੱਕ ਇਹਦੇ ਆਪਣੇ ਪਿੰਡ ਵਿੱਚ ਬਿਜਲੀ ਨਹੀਂ ਸੀ ਪਹੁੰਚੀ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਹਿੰਦੁਸਤਾਨ 'ਚ ਅਜੇ ਵੀ ਇਸ ਬੀਬੀ ਦੇ ਪਿੰਡ ਵਰਗੇ ਕਈ ਪਿੰਡ ਹੋਣਗੇ। ਜੀ। ਇੱਕ ਪਿੰਡ ਤਾਂ ਪਿੱਛੇ ਜੇ ਰਿਪੋਰਟ ਮਿਲੀ ਸੀ ਸਾਡੇ ਫਾਜ਼ਿਲਕਾ ਤੇ ਅਬੋਹਰ ਦੇ ਵਿਚਾਲੇ ਜੀ ਇੱਕ ਨੁੱਕਰ ਤੇ ਆ ਬਾਰਡਰ ਲਾਗੇ, ਉੱਥੇ ਅਜੇ ਤੱਕ ਬਿਜਲੀ ਨਹੀਂ ਪਹੁੰਚੀ। ਇੱਦਾਂ ਦੇ ਪਿੰਡ ਕਈ ਹੋਣਗੇ। ਕੀ ਉਹਨਾਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਬਿਜਲੀ ਲੈਣ ਵਾਸਤੇ ਰਾਸ਼ਟਰਪਤੀ ਦੀ ਚੋਣ ਲੜਨੀ ਪਊ ਵੀ ਉਹਦੇ ਬਿਜਲੀ ਪਹੁੰਚਿਆ ਕਰੂਗੀ ਜਿੱਥੋਂ ਦਾ ਕੋਈ ਰਾਸ਼ਟਰਪਤੀ ਬਣੇ ਜਾਂ ਰਾਸ਼ਟਰਪਤੀ ਦੀ ਚੋਣ ਲੜੇ? ਜੀ। ਬੀਬੀ ਦ੍ਰੋਪਦੀ ਮੁਰਮੂ ਠੀਕ ਹੈ, ਚੋਣ ਲੜੇ, ਜਿੱਤ ਜਾਵੇ, ਪਤਾ ਹੀ ਹੈ ਕੀ ਹੈ, ਜਿੱਤ ਸਕਦੀ ਹੈ, ਉਹਦੇ ਕੋਲ ਵੋਟਾਂ ਨੇ। ਸਾਡੀਆਂ ਸ਼ੁਭ ਕਾਮਨਾਵਾਂ ਕਿ ਦੇਸ਼ ਦਾ ਨਾਂ ਚਮਕਾਵੇ। ਪਰ ਇੰਨਾ ਕੁਝ ਹੋਣ ਤੋਂ ਬਾਅਦ ਵੀ ਜੇ ਉਹਦੇ ਪਿੰਡ ਵਰਗੇ ਪਿੰਡ ਇਸ ਦੇਸ਼ ਵਿੱਚ ਅਜੇ ਵੀ ਬਿਜਲੀ ਤੋਂ, ਸੜਕ ਤੋਂ, ਪਾਣੀ ਤੋਂ ਸਖੜੇ ਰਹਿਣੇ ਆ, ਤੇ ਲੋਕ ਇਸ ਲੋਕਤੰਤਰ ਦੇ ਉੱਤੇ ਇਹ ਤਸੱਲੀ ਕਿੱਦਾਂ ਕਰ ਸਕਦੇ ਆ ਕਿ ਲੋਕਤੰਤਰ ਨੂੰ ਲੋਕਾਂ ਦੀ ਚਿੰਤਾ ਵੀ ਹੈ। ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਜੀ। ਇਹ ਜੇ ਲੋਕਤੰਤਰ ਲੋਕਾਂ ਦੇ ਕੰਨਾਂ ਨੂੰ ਖਾ ਰਿਹਾ, ਲੋਕਾਂ ਦੇ ਭਲੇ ਵਾਲਾ ਜੋ ਕੁਝ ਕਰਨਾ ਚਾਹੀਦਾ ਉਹ ਸਾਰਾ ਬਰਾਬਰੀ ਨਾਲ ਨਹੀਂ ਕਰਦਾ। ਚੁਣ ਕੇ ਵੀ ਇੱਥੇ ਕਰ ਦਿਓ ਤੇ ਇੱਥੇ ਜੇ ਰਹਿਣ ਦਿਓ। ਜੀ। ਚੋਣਵੇਂ ਨਿਸ਼ਾਨੇ ਫੁੰਡਦਾ। ਪੰਜ ਸਾਹਿਬ, ਇੱਕ ਖਬਰ ਹੋਰ ਸਾਹਮਣੇ ਆਈ ਹੈ, ਹੈਰਾਨ ਵੀ ਕਰਦੀ ਹੈ ਤੇ ਵਿਰੋਧੀ ਪਾਰਟੀਆਂ ਇਹਦਾ ਵਿਰੋਧ ਵੀ ਕਰ ਰਹੀਆਂ।
ਸਰਕਾਰ ਨੇ ਕੁਝ ਕੁ ਅਕਾਊਂਟ ਬੰਦ ਕੀਤੇ ਆ, ਉਹਦੇ ਵਿੱਚ ਕਿਸਾਨਾਂ ਦਾ ਸੋਸ਼ਲ ਮੀਡੀਆ ਦਾ ਖਾਤਾ ਵੀ ਆ ਜਿਹੜਾ ਬੰਦ ਕਰ ਦਿੱਤਾ ਹੈ। ਕੱਲ੍ਹ ਜੇ ਸਿੱਧੂ ਮੂਸੇਵਾਲੇ ਦਾ ਗਾਣਾ ਇੱਕ ਹਟਾਇਆ ਗਿਆ ਸੀਗਾ, ਹੁਣ ਕਿਸਾਨਾਂ ਦਾ ਅਕਾਊਂਟ ਹਟਾ ਦਿੱਤਾ ਗਿਆ। ਇਹਦੇ ਪਿੱਛੇ ਕੋਈ ਰਾਜਨੀਤੀ ਹੈ, ਸਿਆਸਤ ਹੈ, ਜਾਂ ਫਿਰ ਲੱਗਦਾ ਕਿ ਇਹ ਚੀਜ਼ਾਂ ਸਹੀ ਨਹੀਂ ਸਮਾਜ ਲਈ? ਕੀ ਹੋ ਸਕਦਾ? ਦੇਖੋ, ਜਿਹੜਾ ਸਿੱਧੂ ਮੂਸੇਵਾਲੇ ਦਾ ਗਾਣਾ ਹਟਾਇਆ ਸੀ ਉਹਦੇ ਬਾਰੇ ਤੇ ਕੇਂਦਰ ਸਰਕਾਰ ਕਹਿ ਸਕਦੀ ਹੈ ਕਿ ਦੋ ਰਾਜਾਂ ਦੇ ਲੋਕਾਂ ਦਰਮਿਆਨ ਮਤਭੇਦ ਪੈਦਾ ਕਰਦਾ। ਅਸੀਂ ਪੰਜਾਬ ਦੇ ਲੋਕ ਉਹ ਤੋਂ ਖੁਸ਼ ਹੋਵਾਂਗੇ, ਹਰਿਆਣੇ ਦੇ ਲੋਕਾਂ ਨੂੰ ਉਹਨੇ ਆਖਿਆ ਪਾਣੀ ਦਾ ਤੁਪਕਾ ਨਹੀਂ ਦੇਣਾ, ਉਹ ਨਾਰਾਜ਼ ਹੋ ਸਕਦੇ ਆ ਜੀ। ਕੇਂਦਰ ਸਰਕਾਰ ਇਦਾਂ ਦੀ ਨੀਤੀ ਅਪਣਾ ਸਕਦੀ ਹੈ। ਪਰ ਜਿਹੜੀ ਕਿਸਾਨਾਂ ਦੇ ਅਕਾਊਂਟ ਬੰਦ ਕੀਤੇ ਆ, ਇਹਦਾ ਮਤਲਬ ਇਹ ਆ ਲੋਕਾਂ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਵੀ ਨਹੀਂ ਦੇਣੀ। ਜੀ। ਕੱਲ੍ਹ ਸਤਿਆਪਾਲ ਮਲਿਕ ਮੇਘਾਲਿਆ ਦਾ ਗਵਰਨਰ ਬੋਲਿਆ, ਕਹਿੰਦਾ ਜਦੋਂ ਕਿਸਾਨ ਮੋਰਚਾ ਉਠਾਉਣਾ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਪਾਰਲੀਮੈਂਟ ਦੇ ਵਿੱਚ ਕਿ ਫਸਲਾਂ ਦੀ ਘੱਟੋ ਘੱਟ ਖਰੀਦ ਕੀਮਤ MSP ਬਾਰੇ ਕਮੇਟੀ ਬਣਾਵਾਂਗੇ। ਉਹ ਕਹਿੰਦਾ ਕਮੇਟੀ ਅੱਜ ਤੱਕ ਨਹੀਂ ਬਣੀ। ਜੇ ਗਵਰਨਰ ਕਹਿੰਦਾ ਫਿਰ ਭਲਕ ਨੂੰ ਗਵਰਨਰ ਦਾ ਬੋਲਣਾ ਵੀ ਬੰਦ ਕਰ ਦਿਓ। ਜੀ। ਕਿਸਾਨ ਆਪਣੇ ਉਸ ਟਵਿੱਟਰ ਹੈਂਡਲ ਦੇ ਉੱਤੇ ਆਪਣੇ ਅਕਾਊਂਟ ਤੇ ਜੇ ਤਾਂ ਕੋਈ ਦੇਸ਼ ਵਿਰੋਧੀ ਸਰਗਰਮੀ ਕਰਦੇ ਆ, ਭਾਰਤ ਨੂੰ ਤੋੜਨ ਦੀ ਗੱਲ ਕਰਦੇ ਆ, ਲੋਕਾਂ ਨੂੰ ਮਾਰਨ ਦੀ ਗੱਲ ਕਰਦੇ ਆ, ਫਿਰ ਤਾਂ ਤੁਸੀਂ ਉਹਦੇ ਉੱਤੇ ਪਾਬੰਦੀ ਲਾਉਣ ਵਾਸਤੇ ਲਿਖੋ। ਪਰ ਜੇ ਇਹੋ ਜਿਹੀ ਕੋਈ ਗੱਲ ਨਹੀਂ ਕਰ ਰਹੇ, ਕਿਸਾਨਾਂ ਦੀਆਂ ਮੰਗਾਂ ਬਾਰੇ ਕਰ ਰਹੇ, ਇਹ ਤਾਂ ਅਮਰੀਕਾ ਤੱਕ ਸਭ ਥਾਵਾਂ ਤੇ ਆ ਕਿ ਲੋਕ ਆਪਣੀ ਸਰਕਾਰ ਦੇ ਖਿਲਾਫ ਨਾਰਾਜ਼ਗੀਆਂ ਸੋਸ਼ਲ ਮੀਡੀਆ ਤੇ ਪ੍ਰਗਟ ਕਰਦੇ ਆ ਤੇ ਭਾਰਤ ਵਾਲੇ ਕਰਦੇ ਆ, ਤੇ ਨਾ ਕੋਈ ਗੁਨਾਹ ਤਾਂ ਨਹੀਂ ਹੋ ਗਿਆ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ, ਉਹ ਸਾਰੀ ਦੁਨੀਆ 'ਚ ਆਜ਼ਾਦੀ ਹੈ, ਤੇ ਇੱਥੇ ਆਜ਼ਾਦੀ ਦੇ ਉੱਤੇ ਇੱਦਾਂ ਰੋਕਿਆਂ ਲਾਈਆਂ ਜਾਣ, ਚੰਗਾ ਨਹੀਂ ਲੱਗਦਾ। ਸਰਕਾਰ ਇੱਕ ਇੱਕ ਕਰਕੇ ਜਿਸ ਤਰ੍ਹਾਂ ਇਹੋ ਜਿਹੇ ਕਦਮ ਚੁੱਕਦੀ ਪਈ ਹੈ ਨਾ, ਉਹ ਦੇਸ਼ ਦਾ ਅਕਸ ਵਿਦੇਸ਼ਾਂ 'ਚ ਖਰਾਬ ਕਰਨਗੇ। ਗੱਲ ਇਹ ਨਹੀਂ ਕਿ ਅਸੀਂ ਕੀ ਸੋਚਦੇ ਹਾਂ, ਗੱਲ ਇਹ ਕਿ ਇਹੋ ਜਿਹੇ ਅਕਾਊਂਟ ਬੰਦ ਕਰਨ ਦੀ ਗੱਲ ਜਦੋਂ ਬਾਕੀ ਦੁਨੀਆ ਤੱਕ ਗਈ, ਲੋਕ ਕੀ ਸੋਚਣਗੇ? ਕਦਮ ਤਾਂ ਪੰਨੂ ਸਾਹਿਬ ਲੋਕਤੰਤਰ ਦੇ ਖਿਲਾਫ ਆ। ਬਾਕੀ ਘੜੀ ਦੀਆਂ ਸੂਈਆਂ ਟਿਕ ਕਰਦੀਆਂ ਅੱਗੇ ਵੱਲ ਵਧ ਰਹੀਆਂ। ਖਬਰਾਂ ਹੋਰ ਵੀ ਬਹੁਤ ਸਾਰੀਆਂ ਸੀ, ਤੁਸੀਂ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਹੋਰਾਂ ਪ੍ਰੋਗਰਾਮਾਂ ਲਈ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।